नहीं कोई शूदर पढ़ा सकता। मंदिरां विच जाना एक पासे नहीं, कोलों भी सी जा सकता। अज सिर ते सुख दियां छावां ने, चारों रहियां बदल दिशावां ने। ये उपकार गुरु रविदास का है, उपकार अंबेडकर साहब का है, ये उपकार अंबेडकर साहब का है। आओ अपनी जीभा पवित्र करिए ते बाणी दे नाल जुड़िए। सतगुर प्यारी साध संगत जी, एक जोरदार जयकारा बुलंद करो। जो बोले सो निर्भय, भगत भगत जग वजया, चौहां चक्कां दे बिच चमरे अमोल पलेटा, चौहां भरना उपदेश दा, ज्ञान ध्यान कर भगत सहे। नावन आया संग मिल, बनारस कर गंगा थे कड कसीरा सौंपया, रवदास गंगा दी भेटा, लगा पूर्व अबीचदा, दीका चलत अचरज अमेटा, लिया कसीरा हथ कड, सूत एक जो ताना पेटा, भगत जना हर मां प्यो बेटा। धन सहबे कमाल सत्कार जो गुरु प्यारे साध संगत जीओ, सारिया संगतां नूं दस वल्लों जय गुरुदेव, जय गुरु रविदास। अज जो असी सारिया संगतां विसाखी पर्व दा जो शुभ दिन है ते उहदे साथ साथ
ਕੱਲ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਹੈ, ਉਸ ਨੂੰ ਸਮਰਪਿਤ ਤੇ ਉਹਦੇ ਨਾਲ ਹੀ ਕਸੀਰਾ ਭੇਟਾ ਦਿਵਸ ਦੇ ਰੂਪ ਦੇ ਵਿੱਚ ਅੱਜ ਦਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਸੰਗਤਾਂ ਸੋਚਦੀਆਂ ਨੇ ਕਿ ਵਿਸਾਖੀ ਪਰਵ ਦੇ ਨਾਲ ਗੁਰੂ ਰਵਿਦਾਸ ਜੀ ਦਾ ਕੀ ਇਤਿਹਾਸ ਹੈ, तो ਉਹਦੇ ਬਾਬਤ ਡੇਰੇ ਦੇ ਸੈਕਟਰੀ ਡਾਕਟਰ ਸੋਮਾਤਰੀ ਜੀ ਨੇ ਬੜੇ ਵਿਸਥਾਰ ਨਾਲ ਦੱਸ ਦਿੱਤਾ ਹੈ ਤੇ ਪਾਠੀ ਸਾਹਿਬ ਜੀ ਨੇ ਵੀ ਭਾਈ ਗੁਰਦਾਸ ਦੀ ਉਸੇ ਪੌੜੀ ਨੂੰ ਕਿਹਾ ਜਿਹੜੀ ਕਿ ਅੱਜ ਦੇ ਦਿਨ ਨਾਲ ਸੰਬੰਧਿਤ ਹੈ, ਕੰਗਣ ਭੇਟਾ ਦੇ ਨਾਲ। ਇਹ ਸਾਰੀਆਂ ਹੀ ਸੰਗਤਾਂ ਇਸ ਇਤਿਹਾਸ ਨੂੰ ਜਾਣਦੀਆਂ ਨੇ। ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਉਹ ਇੱਕ ਦਮੜੀ ਭੇਜ ਕਰਕੇ, ਕਸੀਰਾ ਭੇਜ ਕਰਕੇ ਮਾਤਾ ਗੰਗਾ ਤੋਂ ਕੰਗਣ ਮੰਗਵਾ ਲਿਆ, ਜਿਹੜਾ ਕਿ ਕਿਸੇ ਤਰੀਕੇ ਰਾਜੇ ਕੋਲ ਪਹੁੰਚ ਗਿਆ ਤੇ ਰਾਜੇ ਨੇ ਆਪਣੀ ਧਰਮ ਪਤਨੀ ਰਾਣੀ ਨੂੰ ਦੇ ਦਿੱਤਾ। ਰਾਣੀ ਨੇ ਜਦੋਂ ਇੱਕ ਹੱਥ ਦੇ ਵਿੱਚ ਉਹ ਕੰਗਣ ਪਾਇਆ ਤੇ ਦੂਜਾ ਹੱਥ ਨੂੰ ਸੁੰਨਾ ਸੁੰਨਾ ਜਿਹਾ ਲੱਗਦਾ ਹੈ। ਇਹ ਤਕਰੀਬਨ ਸਾਡੀਆਂ ਬੇਟੀਆਂ ਦਾ ਹੁੰਦਾ ਹੀ ਹੈ, ਜੇ ਇਸ ਹੱਥ 'ਚ ਸੋਨੇ ਦੀ ਚੂੜੀ ਪਾਈ ਹੈ ਤੇ ਦੂਜੇ 'ਚ ਵੀ ਹੋ ਜਾਏ ਤੇ ਵਧੀਆ ਲੱਗੇਗੀ। ਇਸੇ ਤਰ੍ਹਾਂ ਉਸ ਰਾਣੀ ਦੇ ਵੀ ਮਨ 'ਚ ਆਇਆ ਕਿ ਇਹ ਇੱਕ ਕੰਗਣ ਤੇ ਬਹੁਤ ਸੋਹਣਾ ਹੈ ਤੇ ਦੂਜਾ ਵੀ ਹੋਵੇ। ਉਹ ਰਾਜੇ ਨੂੰ ਕਹਿਣ ਲੱਗੀ ਕਿ ਰਾਜਨ, ਇਹ ਇੱਕ ਹੱਥ ਬਹੁਤ ਮੇਰਾ ਸੋਹਣਾ ਲੱਗ ਰਿਹਾ ਹੈ, ਭਰਿਆ ਭਰਿਆ ਲੱਗ ਰਿਹਾ ਹੈ, ਦੂਜਾ ਹੱਥ ਵਿਚਾਰਾ ਉਦਾਸ ਜਿਹਾ ਹੀ ਹੈ, ਕਾਸ਼ ਇੱਕ ਕੰਗਣ ਹੋਰ ਲਿਆ ਦੋ, ਮੇਰੀ ਸ਼ੋਭਾ ਵੱਧ ਜਾਏਗੀ, ਮੇਰਾ ਮਨ ਖੁਸ਼ ਹੋ ਜਾਏਗਾ। ਤੋ ਕਹਿਣ ਲੱਗੇ ਭਲੀਏ ਲੋਕੇ, ਇਹ ਪੰਡਿਤ ਗੰਗਾ ਰਾਮ ਨੇ ਪਤਾ ਨਹੀਂ ਕਿੱਥੋਂ ਲਿਆਂਦਾ, ਉਹ ਹੋਰ ਹੀ ਕੁਝ ਹਿਸਟਰੀ ਬਤਾ ਰਿਹਾ ਸੀ। ਕਹਿੰਦੀ ਜਿੱਥੋਂ ਲਿਆਂਦਾ ਉੱਥੋਂ ਹੋਰ ਲਿਆ ਦੇ। ਤੋ ਜਦੋਂ ਰਾਜੇ ਨੇ ਹੁਕਮ ਕੀਤਾ ਕਿ ਦੇਖ ਇੱਕ ਕੰਗਣ ਮੈਨੂੰ ਹੋਰ ਚਾਹੀਦਾ, ਉਹ ਕਹਿਣ ਲੱਗਾ ਮਹਾਰਾਜ ਐ ਤੇ ਮੈਂ ਧੋਖੇ ਨਾਲ ਲੈਂਦਾ। ਕਹਿੰਦਾ ਦੂਜਾ ਵੀ ਧੋਖੇ ਨਾਲ ਹੀ ਲੈ ਆਇਆ ਭਾਈ, ਲਿਆਉਣਾ ਜ਼ਰੂਰੀ ਹੈ, ਕਿਉਂਕਿ ਜੇਕਰ ਦੂਜਾ ਕੰਗਣ ਨਾ ਮਿਲਿਆ ਮੇਰੀ ਰਾਣੀ ਨੇ ਬਚਣਾ ਨਹੀਂ ਹੈ, ਉਹ ਬਚੇਗੀ ਨਹੀਂ ਤੇ ਤੈਨੂੰ ਮੈਂ ਜਿੰਦਿਆ ਖਤਮ ਕਰਵਾ ਦਾਂਗਾ। ਪੰਡਿਤ ਗੰਗਾ ਰਾਮ ਜੀ ਬਹੁਤ ਬੁਰੀ ਤਰ੍ਹਾਂ ਫਸ ਗਏ। ਆਖਰ ਉਹਨੇ ਸੋਚਿਆ ਕਿ ਹੁਣ ਗੁਰੂ ਜੀ ਹੀ ਬਚਾ ਸਕਦੇ ਨੇ। ਉਹ ਗੁਰੂ ਜੀ ਦੇ ਪਾਸ ਆਇਆ, ਕਹਿਣ ਲੱਗਾ ਪਾਤਸ਼ਾਹ ਮੈਂ ਬਹੁਤ ਭੁੱਲਣਹਾਰ ਹਾਂ, ਤੁਸੀਂ ਬਖਸ਼ਣਹਾਰ ਹੋ, ਮੈਨੂੰ ਬਖਸ਼ ਲਵੋ। ਤੁਹਾਡੀ ਭੇਜੀ ਹੋਈ ਦਮੜੀ ਉਹ ਕਸੀਰੇ ਦੇ ਬਦਲੇ ਗੰਗਾ ਮਾਤਾ ਨੇ ਇੱਕ ਕੰਗਣ ਦਿੱਤਾ ਸੀ, ਪਰ ਮੇਰਾ ਦਿਲ ਬੇਈਮਾਨ ਹੋ ਗਿਆ, ਉਹ ਮੈਂ ਕੰਗਣ ਆਪਣੇ ਘਰ ਲੈ ਗਿਆ। ਰਾਜੇ ਨੂੰ ਪਤਾ ਲੱਗਾ, ਰਾਜੇ ਨੇ ਉਹ ਕੰਗਣ ਮੰਗਾ ਲਿਆ, ਉਹ ਰਾਣੀ ਨੇ ਹੱਥ ਵਿੱਚ ਪਾਇਆ। ਹੁਣ ਰਾਣੀ ਦੂਜੇ ਕੰਗਣ ਦੀ ਮੰਗ ਕਰ ਰਹੀ ਹੈ। ਜੇਕਰ ਉਸ ਨੂੰ ਦੂਜਾ ਕੰਗਣ ਨਾ ਮਿਲਿਆ ਤੇ ਉਹਨੇ ਮੈਨੂੰ ਛੱਡਣਾ ਨਹੀਂ। ਗੁਰੂ ਜੀ ਦਿਆਲੂ ਸਨ, ਕਿਰਪਾਲੂ ਸਨ, ਜੀਵ ਭੁੱਲਣਹਾਰ ਹੁੰਦਾ। ਵਾਕਿਆ ਗੁਰੂ ਲੋਕ ਸੰਤ ਲੋਕ ਬਖਸ਼ਣਹਾਰ ਹੁੰਦੇ ਨੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈ, ਜੇਕਰ ਰਾਣੀ ਨੂੰ ਦੂਜਾ ਕੰਗਣ ਚਾਹੀਦਾ ਤੇ ਉਹ ਕੰਗਣ ਲੈ ਆਵਣਾ ਉਹਦੇ ਕੋਲੋਂ, ਤਾਂ ਕਿ ਉਹਦੇ ਨਾਲ ਦਾ ਦੂਜਾ ਮੈਂ ਦੇ ਸਕਾਂ। ਹੁਣ ਪਤਾ ਨਹੀਂ ਹੈ ਕਿ ਕਿਹੜਾ ਕੰਗਣ ਹੈ, ਕੋਈ ਹੋਰ ਨਾ ਚਲਾ ਜਾਵੇ। ਜਦੋਂ ਇਹ ਗੱਲ ਕਹੀ ਤੋ ਪੰਡਿਤ ਗੰਗਾ ਰਾਮ ਜੀ ਖੁਸ਼ ਹੋਏ ਕਿ ਮੇਰੀ ਜ਼ਿੰਦਗੀ ਬਚ ਗਈ ਹੈ। ਆਕੇ ਰਾਜੇ ਨੂੰ ਜਦੋਂ ਇਹ ਗੱਲ ਕਹੀ ਕਿ ਰਾਜਾ ਜੀ ਉਹ ਜਿਹੜਾ ਕੰਗਣ ਆਪ ਪਾਸ ਹੈ ਮੈਨੂੰ ਦੇ ਦੇਵੋ।
क्योंकि गुरु जी कह रहे ने कि किसी होर दूसरा ना लै जे, उहदे नाल दा लै जा। राजा हैरान हो गया, मेरे पास इतना धन है, इतना दौलत है, उहदे नाल दा मेरे पास एक भी कंगन नहीं है। और रविदास कह रहा है कि वो कंगन लै आ, उहदे नाल दा पहचान के लै जा। उहदे कोल कितने कंगन है? वो कहने लगा चल तू सानू भी साथ लै जा। वो ले आए। जदों लै आए ते जदों उन्होंने कंगन ले कहा तो कहने लगे एक ही चुकना है। तो नरिंदर बीबा ने बड़ा सोहना गीत गाया सी कि चुक्की पत्थरी जा गुरु रविदास ने गंगा हेठा लावे तारियां। वो थले गंगा दिसी, उहदे विच एक नी दो नी पता नहीं कितने उन्होंने कंगन नजर आए। ते आखिर राजा उन्हां दा सरदालू हो गया ते गुरु जी दी महिमा फैल गई। उसे गल नूं भाई गुरदास जी ने अपनी पौड़ी दे विच लिखिया है कि भगत भगत जग वज्जिया चौं चक्कां विच चमरेटा। कि सतगुर रविदास जी दा जस चारे पासे फैल गया, हर पासे उन्हां दी महिमा होण लगी। पाना गंडे राह विच कुल्ला, धर्म ढोए ते ढोर समेटा। ओ जेड़े पराने लोकां नूं जोड़दे सन, ओ चमड़े दा काम करन वाले सतगुर जी जेड़े धर्म दा काम करदे सन, सारे पासे उन्हां दी महिमा फैल गई। जौं कर मैले चीथरे, हीरा लाल अमोल पलेटा। चीथरे मैला कपड़ा कोई, जिस तरह एक मैले कपड़े दे विच गुद्दड़ दे विच जिस तरह असीं कहंदे हीरा रखिया होवे ते उत्थे भी ढलक मार जांदा है। वो इसे ही तरह भाई गुरदास जी कहंदे ने कि सतगुर रविदास जी दा जन्म बेशक एक गरीब परिवार च पैदा होए, पर वो हीरे वांग चमके, हीरे वांग उन्हां दा ने रोशनी कीती। और वो इतने महान होए, इतने महान होए कि भाई गुरदास जी ने कहा जिस तरह पिता ते बेटे दा रिश्ता है, इसी तरह सतगुर रविदास जी और परमात्मा दा रिश्ता बनिया। वो बिल्कुल गुरु जी एक उन्हां दे रूप सन, जां इस तरह भाई गुरदास जी कह लन इको एक औलाद परमात्मा दी सतगुर रविदास जी हुए हन। ते वो जिहड़ा इतिहास है उन्हों ही लै करके हर साल ये विसाखी पर्व जिहड़ा ये मनाया जाता है, जिहदे विच आप सारियां संगतां हाजिर होइयां हो। जिस तरह डॉक्टर सोमा तरी ने कह के हीरिया दी गल नहीं, वो बड़े कीमती जो कंगन दी गल नहीं है, ये वो गाथा नहीं है, ये गाथा है दसां नौवां दी किरत दी। उन्हां दी किरत दे विच कितना बल सी। तो गुरु प्यारी सत संगत जी, ओही कारण है कि अज सतगुर रविदास जी दी किरपा, उहदे जितने सेवादार ने वो दसां नौवां दी किरत ते विश्वास रखदे ने, ते दसां नौवां दी किरत दे नाल ही वो अपने परिवार दा पालन पोषण करदे ने। ते अज उन्हां दा परिवार जिहड़े है वो वधिया ने। बिल्कुल सतगुर रविदास जी दा उन्हां नूं आशीर्वाद है। मैं देखदा हां आम ही जितने भी साडे वड्डे वड्डे अफसर हन, हुणे असीं मीटिंग कर रहे सन, उत्थे चाहे तहसीलदार जी बैठे हुए सन, ते चाहे जनरल मैनेजर दे तौर ते जां साडे
MD बैठे हुए सन, चीफ इंजीनियर बैठे हुए सन, IG तक बैठे हुए सन, पर सारिਆਂ ने गुरु रविदास जी के आशीर्वाद के नाल जो गुरु जी ने 10 नौवां दी किरत कही है उसी तरह ही कीता। दास चंगी तरह उन्हां दी परिवारां नूं उन्हां दे नाल भी रिहा और मैं देखिया एक भी पैसा परिवारां दे विच उन्हां ने बाहरों नहीं लियांदा। बस अपने 10 नौवां दी किरत करके अपने परिवारां नूं पालिया, चाहे जिथे मर्जी उच्ची चेर ते होण। ये जान ते एक दिन च कई लाख रुपया कमा सकते हैं, एक दिन च। और बनाल जी एक ऐसी चेर ते रहे जिन्हां ने DSP भर्ती करने हुंदे सन, तहसीलदार भर्ती करने हुंदे सन, ऐसियां चेहरा ते रहे, लेकिन फिर भी अपनी तनख्वाह ते सबर संतोख रखिया। यही गुरु जी दा उन्हां ते आशीर्वाद रहा और सतगुर दी कृपा रही, बख्शिश रही ते ओ सिक्ख्या ही सारे उन्हां ने अपने बच्चियां नूं दित्ते। अज सतगुर रविदास जी दी कृपा दे नाल ये 10 नौवां दी किरत दे विचों जो आप एक रुपया दे रहे हो, एजुकेशन ते मैडिकल सहायता ते लोकां ने लग रहे, ये सारा सतगुर दा आशीर्वाद है, उन्हां दी कृपा है। गुरु प्यारी सत संगत जी, सानू भी अपनी 10 नौवां दी किरत दे उपर मान होना चाहिए। पिछले दिनी साडे बच्चियां ने खास करके ये जो साडे जगतगिरी TV चैनल नूं चला रहे ने, ये बच्चे जेड़े ने इन्हां ने एक बच्चियां दा जितने नौजवान ने उन्हां दा थोड़े दिन पहला ही सैमीनार कीता। जदों सैमीनार कीता ते सारे बच्चियां नूं पुछया तू की करना है, किस तरह हर एक नूं बोलण दा इन्हां ने टाइम दिता। एक बच्चा बोलिया कि मेरा काम करना, पर मैं बहुत खुश हाँ। तो मैनू अच्छा लगा कि उन्हें ये नहीं कहा मैं हेरा फेरी करना, चाहे मैं किसी दियां जेबां कटना, चाहे मैं किसी नूं टांका लाना। उन्हें कहा कि मैं लोकां दी सेवा करदा हाँ ते उहदे च भी संतुष्ट हाँ। गुरु प्यारी सत संगत जी, कुछ भी बनना वधिया बनना, असी हेरा फेरी वाले नहीं बनना। ये साडी गुरु ने सिखाया। कल ही पाठियां दी मीटिंग हो रही सी और गल चल रही सी कि असी उस गुरु दी औलाद हाँ जिन्हां ने माता जिन्हां नूं पारस दिता, पर उन्होंने पारस नूं भी ठुकरा दिता, पारस नूं भी नहीं लिया। लेकिन आज कुछ लोग जेड़े ने थोड़े थोड़े स्वार्थ दे पीछे अपना दीन ईमान खत्म कर देंदे ने। नहीं, असी सतगुरु रविदास जी दी औलाद हां। ये सोचना पवेगा कि जिन्हां ने पारस नूं ठुकरा दिता, असी थोड़े थोड़े लालच दे पीछे गुरु तो बेमुख होइए। नहीं, अज खालसा दिवस है, श्री गुरु गोबिंद सिंह जी दे जीवन इतिहास नाल जुड़िया होया दिन है। उन्होंने अपने 4 बेटे शहीद करवा दिते, अपने पिता जी माता जी आप शहीद हो गए, लेकिन अपना धर्म नहीं छड्डिया। ते असी साडा सिर दर्द होए उथों ठीक हो गई ते असी अपने धर्म नूं गवा बैठदे हां। नहीं, असी अपने धर्म ते बरकरार रहना है। साडे गुरु वर्गा दुनिया ते कोई नहीं होया जिन्हां दी सिफत भाई गुरदास जी, गुरु रामदास जी, सतगुर अर्जन देव जी, सतगुर कबीर जी, संत मीराबाई, संत पीपा जी आदि ने गाई है। तो गुरु प्यारी सत संगत जी, जिथे अज असी ये जो कंगन पेटा दिवस के रूप च दिन मना रहे हाँ,
ਉੱਥੇ ਅੱਜ ਵਿਸਾਖ ਮਹੀਨਾ ਵੀ ਹੈ। ਪਾਠੀ ਸਾਹਿਬ ਜੀ ਹੁਣ ਵਿਸਾਖ ਮਹੀਨਾ ਦੱਸਣਗੇ। ਗੁਰੂ ਪਾਤਸ਼ਾਹ ਜੀ ਵਿਸਾਖ ਮਹੀਨੇ 'ਚ ਸਾਨੂੰ ਕੀ ਸਮਝਾਉਂਦੇ ਹਨ। बैसाख सुहावा सर्व सुख गुर के वचन विचार अंतर ध्यान लगाए कर समझो सार असार गुरुदेव को ग्रहण कर तज सब झूठ विकार हृदय हर हर हरि को सिमरो बारंबार बैसाख सुहावा सर्व सुख गुर के वचन विचार अंतर ध्यान लगाए कर समझो सार असार गुरुदेव को ग्रहण कर तज सब झूठ विकार हृदय हर हर हरि को सिमरो बारंबार सतगुरु रविदास महाराज जी विसाख महीने ਨੂੰ ਦੱਸਦੇ ਹੋਏ ਆਪਣੀ ਬਾਣੀ 'ਚ ਕਹਿ ਰਹੇ ਨੇ ਵਿਸਾਖ ਸਹਾਵਾ ਸਰਬ ਸੁਖ ਗੁਰ ਕੇ ਬਚਨ ਵਿਚਾਰ ਅੰਤਰ ਧਿਆਨ ਲਗਾਏ ਕਰ ਸਮਝੋ ਸਾਰ ਅਸਾਰ ਵਿਸਾਖ ਸਹਾਵਾ ਵਿਸਾਖ ਦਾ ਮਹੀਨਾ ਬੜਾ सुहावा जिहा हुंदा है किस करके जो किसान ने जिमीदार ने उन्होंने जो फसल बीजी हुंदी है विसाख महीने तैयार हो जाती है वो खुशियां मनांदा है ढोल बजांदा है कि मेरी फसल तैयार हो गई है जो मैं मेहनत कीती सी ओदा मैनूं फल मिल रहा है। बेशक गुरु जी ने उस मौसम दे मनुखी चोले लई कि मनुखी चोला पा करके सर्व सुख गुर के बचन विचार उन्हों सारे सुख मिल जाने। विसाख सहावा सर्व सुख कहते ने इंसानी चोला पा के वो सहावा चोला हो जाएगा जिन्हां ने गुरु दे बचनां नूं मान लिया है,
ਜਿਹੜੇ ਗੁਰੂ ਦੇ ਬਚਨਾਂ ਤੇ ਚੱਲ ਪਏ ਹਨ। ਹੈ ਅਸੀਂ ਸਾਰੇ ਹੀ ਗੁਰੂ ਵਾਲੇ ਹਾਂ, ਪਰ ਕੁਝ ਲੋਕ ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਨੇ ਤੇ ਕੁਝ ਲੋਕ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਕਹਿ ਦੇਣਾ ਆਸਾਨ ਹੈ कि नहीं, जो गुरु कहेगा मैं मन्नागा, लेकिन मनना थोड़ा जिहा मुश्किल है। जिन्हां ने गुरु दे बचनां नूं मन लिया, जो भी सतगुरां ने कहा उन्हों अपने जीवन च धारण कर लिया, कहंदे उन्हों सारे सुख मिले। दुखी कदों हुंदे हां, जदों असीं बेमुख हो जांदे हां, गुरु दी गल नूं नहीं मनदे। कुछ भी कर लवो, साडा जीवन दुखां च चल जाएगा। गुरु जी ने एवें नहीं सी कहा, हर सो हीरा साड कै करहे आन की आस, तेना रदोज कजाएंगे सत पाखे रविदास। जो गुरु दे बचनां नूं नहीं मनदा, गुरु दे दसे हुए उपदेशां ते नहीं चलदा, उन्हां दा जीवन नरक जिहा बन जांदा है। सारा कुछ पा के भी उन्हां दा जीवन सुखी नहीं रहिंदा। तां ही गुरु जी ने कहा सी, दुखी दुहागन दोए पख हीने, जिन्हां निरंतर भगती ना की। जिन्हां ने भगती नहीं की, जेड़े नाम नाल नहीं जुड़े, जेड़े गुरु दे उपदेशां ते नहीं चले, वो दुहागना हो गई। दुहागन ते सुहागन दोने ही पति वाली। दुहागन भी पति वाली है, सुहागन भी पति वाली है। दुहागन दुखी रहिंदी है, सुहागन आनंद मानदी। दुहागन कौन है? जो अपने मालिक दा हुक्म नहीं मनदी। सुहागन कौन है? जिन अपने मालिक दे हुक्म नूं मन लिया होया। इसे करके तां सतगुरु जी ने कहा सी, ते एक गुरमुख रूह जेड़ी मालिक दे चरनां नाल जुड़ी हुई है, वो यही प्रार्थना करती है, बचनी तोर मोर मन मानै, जन क्यों पूरन दीजै। ऐ मेरे मालिका, मेरे ते किरपा कर, मेरे ते बख्शिश कर, बचनी तोर मोर मन माने। मेरा मन तेरे बचनां नूं मन सके। जेड़े बचन तुसी मैनू नाम दान देन लई टाइम के सी, मैं उन्हां नूं हमेशा याद रखां और उहदे ते चलदा रहां। उन्हां ने बचन की के सन, सब तो पहला जेड़ा हर सत्संग च करीब असी कहंदे हां, प्यार रखना। असी परिवारां दे विच प्यार रखना है। परिवारां चों कदे प्यार खत्म नहीं होण देना। कदे कदे परिवारां च उतरा चढ़ा आ जांदा है। इह सुभाविक है। साडी पंजाबी कहावत है, दो भांडे रखे होण वो भी कदी कदी खड़क ही जांदे है ना। तो यह कोई बहुत वड्डी गल नहीं, लेकिन प्यार हिरदे चों खत्म नहीं होण देना। किसी कारण साडा आपस विच कुछ हो ही जाता है, शाम तक उस नूं प्यार च बदल लेना। गुस्से गुस्से च नहीं रहना। तुसी वधिया नींदे भी नहीं सौ सकोगे ना, फिर गुस्से च होवांगे, क्रोध च होवांगे, नींद भी वधिया नहीं आएगी। इस करके क्रोध नूं खत्म करना, नफरत नूं खत्म करना ऐ जरूरी है। कि जेकर कहिए सारे मेरे वर्गे बन नहीं बनते, असी अपने आप को वधिया रखना है, अपने आप च वधिया क्वालिटी रखनी है। दूजा जो गुरु जी ने कहा सी,
कि असी ज्ञानवान बनना, साडे च सच्चा सच्चा ज्ञान होवे। एवें नहीं भेड़ चाल वांग जिधर एक तुरिया उधर ही तुर पे। असी सतगुर रविदास जी दे औलाद आ, जिन्हां ने सानू सोच वाले बनने वास्ते किया है, जिन्हां ने सानू कहा मादो अविद्या हित कीन बबेक दीप मलीन। विद्या तो बिना बबेक रूपी दीवा धुंधला हो जाता है। इस करके सोच दा होना बहुत जरूरी है। साडे विच वधिया सोच होवे, लाई लग नहीं, ये नहीं सोचना ए काम साडी परंपरा पहला तो करदे आए असी भी करी जाने, नहीं। जेड़ा गलत काम है वो असी नहीं करना। असी अपनी सोच दी कसवट्टी ते परखना होवेगा। वो नहीं है वो करते सन मैं भी कर लेना, वो उधर जाते सन मैं भी चल जाना, वो मत्था टेकते सन मैं भी उथे मत्था टेकन जावांगा, नहीं। गुरु जी कहते ने ज्ञानवान बनना, सोच रखनी है वधिया अपने। जिधर दुनिया दौड़े उधर असी नहीं दौड़ पैना है। सोचना कि ये रास्ता ठीक है या गलत है। ऐ ही गुरु जी दे सेवक च फर्क है। वो सोच के समझ के स्टैप पुटदा, वो दौड़दा नहीं है अंधिया वांग, वो ज्ञानवान है। गुरु रविदास जी सानू ज्ञान दा दीपक साडे अंदर जलांदे ने, उसी जलाना है। असी सतगुर जी दी गल नू मनना तो विसाख सहावा सर्व सुख। फिर इंसानी चोला पा के सानू सारे दे सारे सुख मिल जाएंगे। कदों? जदों गुर के बचन विचार, जदों असी गुरु दे बचना नू मन लवांगे, गुरु दे बचना ते चल पवांगे। ये नहीं है गुरु दा कहना सिर मथे ते कहना पर नाला उथे दा उथे ही रहना, नहीं। असी गुरु दे हुक्म ते चलना होवेगा। अंतर ध्यान लगाए कर समझो सार असार। अंतर ध्यान कल ही जदों साडी मीटिंग चल रही सी, पाठियां दा सैमीनार जिहा हो रहा सी, तो एक दो पाठी ने इतने वधिया ढंग दे नाल समझाया कि मैं हैरान हो गया उन्हां दी सोच तो। क्यों? क्योंकि उन्होंने अंतर ध्यान लगाया। गुरु प्यारी सत्संगत जीओ, गुरु ने सानू नाम दे दिता, उन नाम नू ध्याना जरूरी है। चाहे थोड़ा समा कड्डो, एक घड़ी, आधी घड़ी, आधी से फनियाद। वैसे तो दसवंध कड्डन लई किहा गुरु जी ने, दसवंध च 2 तो 2.5 घंटे आ जाते हैं। इतना सिमरन करना है, घंटा सवेरे कर लो, घंटा शाम कर लो। गृहस्थी हाँ इतना समा नहीं मिलता तो 1 घंटा कर लो। जे घंटा नहीं मिलता तो अद्धे घंटे वास्ते ध्यान जरूर लगाओ। जे अद्धा घंटा भी मुश्किल है तो 15 मिनट जरूरी बैठे, पर बिल्कुल एकांत चित्त होकर। और कोई सोच नहीं रहनी चाहिए। ऐ सोच लेना है मैं उस मालिक दे नाल मिलन जा रहा हाँ, मैं परमात्मा दे घर जा रहा हाँ। अंतर ही अंतर ध्यान लगा करके जदों असी बैठांगे तो गुरु पातशाह जी कहंदे ने फिर की होएगा, सानू अंतरी ज्ञान हो जाएगा।
ਸਾਡੀ ਰੂਹ ਸਤਨਾਮ ਲੋਕ ਵਿੱਚ ਪਹੁੰਚ ਜਾਏਗੀ, ਜਿੱਥੇ ਜਾ ਕੇ ਅਸੀਂ ਜੀਵਨ ਦਾ ਸੱਚਾ ਆਨੰਦ ਪਾ ਸਕਾਂਗੇ। ਗੁਰਦੇਵ ਕੇ ਗ੍ਰਹਿਣ ਕਰ ਤਜ ਸਭ ਝੂਠ ਬੇਕਾਰ। ਗੁਰੂ ਜੀ ਕਹਿੰਦੇ ਨੇ ਗੁਰਦੇਵ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਗ੍ਰਹਿਣ ਕਰਨਾ ਵਿਕਾਰਾਂ ਦਾ ਤਿਆਗ ਕਰ, ਕਿਉਂਕਿ ਜੇ ਪਵਿੱਤਰਤਾ ਹੋਵੇਗੀ ਤਾਂ ਹੀ ਗੱਲ ਬਣਨੀ ਹੈ। ਇਹ ਨਹੀਂ ਕਿ ਨਾਮ ਵੀ ਜਪੀ ਜਾਓ ਤੇ ਅਵਗੁਣ ਵੀ ਕਰੀ ਜਾਓ। ਮੇਰੀ ਬੇਨਤੀ ਰਹੇਗੀ, ਅਸੀਂ ਪਵਿੱਤਰ ਖਾਣਾ ਹੈ, ਪਵਿੱਤਰ ਪੀਣਾ ਹੈ ਤੇ ਪਵਿੱਤਰ ਹੀ ਸੋਚਣਾ ਹੈ। ਸਾਡੀ ਸੋਚ ਵੀ ਪਵਿੱਤਰ ਹੋਣੀ ਚਾਹੀਦੀ। ਸਾਡੀ ਸੋਚ 'ਚ ਕਦੇ ਮੈਲ ਨਾ ਹੋਵੇ। ਸਾਡੇ ਖਾਣਾ ਭੋਜਨ ਜਿਹੜਾ ਉਹ ਵੀ ਪਵਿੱਤਰ ਹੋਵੇ। ਵੈਸੇ ਤਾਂ ਸਾਨੂੰ ਮਾਣ ਹੈ, ਸਤਿਗੁਰ ਰਵਿਦਾਸ ਜੀ ਨੇ ਸਾਨੂੰ ਉਹ ਭੋਜਨ ਖਾਣ ਲਈ ਕਿਹਾ ਜਿਹਦੇ ਵਿੱਚ ਕਿਸੇ ਦੀ ਤੜਫ ਨਾ ਹੋਵੇ, ਜਿਹਦੇ 'ਚ ਕਿਸੇ ਦਾ ਖੂਨ ਨਹੀਂ ਹੈ, ਜਿਹਦੇ ਵਿੱਚ ਕਿਸੇ ਦੀ ਰੋਣ ਦੀ ਆਵਾਜ਼ ਨਹੀਂ ਹੈ। ਉਹਨਾਂ ਨੇ ਸਾਨੂੰ ਸ਼ਾਕਾਹਾਰੀ ਬਣਾਇਆ। ਜੇ ਕੁਲ ਸਾਧ ਵੈਸਨੋ ਹੋਏ, ਬਰਨੇ ਅਬਰਨ ਰੰਕ ਨੇ ਈਸ਼ਰ, ਬਿੰਬਲ ਬਾਸ ਜਾਣੀਏ ਜਗ ਸੋਈ। ਗੁਰੂ ਜੀ ਨੇ ਸਾਨੂੰ ਵੈਸਨੋ ਭੋਜਨ ਕਰਨ ਲਈ ਕਿਹਾ, ਸ਼ਾਕਾਹਾਰੀ ਲਈ, ਜਿਹਦੇ ਵਿੱਚ ਕਿਸੇ ਦੀ ਰੋਣ ਦੀ ਆਵਾਜ਼ ਨਹੀਂ, ਕਿਸੇ ਦੀ ਤੜਫ ਨਹੀਂ ਹੈ, ਕਿਸੇ ਦਾ ਖੂਨ ਨਹੀਂ ਹੈ। ਅਸੀਂ ਉਹ ਭੋਜਨ ਖਾ ਰਹੇ ਹਾਂ। ਇਹ ਗੁਰੂ ਕਿਰਪਾ। ਜਿੱਥੇ ਭੋਜਨ ਪਵਿੱਤਰ, ਪਵਿੱਤਰ ਹੀ ਪੀਣਾ। ਗਲਤ नशे नहीं करने, गलत नहीं पीना कुछ भी ना, और गलत सोचना भी नहीं। सोच भी साडी पवित्र रहनी चाहिए। ते फिर दड़ेड़ कर राम ते आए तू भवनिध उतरे पार। गुरु जी कहंदे ने फिर तू जदों सिमरन करेगा, मेरा वादा है तेरा पार उतारा हो जाएगा। मैं वादे नाल कहना गुरु जी कहंदे मैं वादे नाल कहना, फिर तेरा पार उतारा हो जाएगा। तेनू कोई डर नहीं सताएगा, तेनू कोई खतरा नहीं सताएगा। तेरा फिर जीवन आनंदमय हो जाएगा। दुष्टां संग त्याग कर ते संतां संग प्यार, दरेड़ कर राम ते आए तू भवनिध उतरे पार। दुष्टां संग त्याग कर, माड़े लोकां दा संग नहीं करना। गुरु जी इत्थे कह गए ने माड़े लोकां दी संगत भुल के ना करे। हमेशा संतां संग प्यार, हमेशा चंगी संगत दे नाल प्यार रखना। बुरी संगत कदे नहीं करना, क्योंकि चंगी संगत दा असर आस्ता आस्ता हुंदा है, बुरी संगत दा असर बहुत जल्दी हो जाता। असीं गुरु चरनां च आए, साडे मन दे विच आया इन्हां विकारां दा त्याग कर देना चाहिए। पता नहीं कितना समा लग गया सानू अवगुण त्यागन दे लई, लेकिन बुरी संगत मिली, एक मिनट दे विच साडे च अवगुण आ गए। ये साडा सुभाव ही ऐसा है, ये बुरी गल नूं बहुत जल्दी पकड़दा है, चंगी गल नूं बहुत आस्ता आस्ता। जिस तरह बीमार हो जाता है कोई, दवाई लैंदा है, चंगी दवाई का असर आस्ता आस्ता होएगा, पर जेकर गलत दवाई की दिती जाए वो साइड इफेक्ट मिनटां चो कर देगी। मिनटां बुरी संगत मिनटां च तुहाडे ते असर करेगी। कई बारी आश्रम दे विच असीं बैठे हुंदे हां, गाए बगाए मैं वैसे
ਸੁਣਦਾ ਨਹੀਂ ਹਾਂ, ਪਰ ਗਾਏ ਬਗਾਏ ਕਦੀ ਕਦੀ ਕੰਨਾਂ 'ਚ ਆਵਾਜ਼ ਸਾਡੀਆਂ ਬੱਚੀਆਂ ਦੀ ਪੈ ਜਾਂਦੀ ਹੈ। ਤੇ ਜਦੋਂ ਉਹ ਕਿਤੇ ਗੁਰੂ ਲਾਈਨ ਤੋਂ ਹਟ ਕੇ ਗੱਲ ਕਰਦੀਆਂ ਤਾਂ ਮੈਨੂੰ ਬੜਾ ਦੁੱਖ ਜਿਹਾ ਲੱਗਦਾ ਕਿ ਨਹੀਂ, ਇਸ ਚਾਰ ਦੀਵਾਰੀ 'ਚ ਕੀ ਕਿਤੇ ਵੀ ਬੈਠਿਆ ਸਾਡੇ ਤੇ ਨਾਮ ਦੇ ਰੰਗ ਦੀ ਝਲਕ ਹੋਣੀ ਚਾਹੀਦੀ। ਕੀ ਹੈ ਇਹਨਾਂ ਦੁਨੀਆ ਤੋਂ ਦੁਖੀ ਹੋ ਕੇ ਅਸੀਂ ਗੁਰੂ ਘਰ ਵਿੱਚ ਆਏ, ਤੇ ਗੁਰੂ ਘਰ ਵਿੱਚ ਆ ਕੇ ਵੀ ਉਹੀ ਗੱਲਾਂ ਉਹੀ ਸੋਚਾਂ, ਫਿਰ ਸਾਡੇ 'ਚ ਤੇ ਮਨਮੁਖਾਂ 'ਚ ਫਰਕ ਕੀ ਰਿਹਾ? ਕੀ ਫਰਕ ਰਿਹਾ? ਨਹੀਂ, ਕਈ ਵਾਰੀ ਕਈ ਪਰੇਸ਼ਾਨ ਵੀ ਹੁੰਦੇ ਨੇ, ਬਾਬਾ ਜੀ ਹਰ ਟਾਈਮ ਟੋਕਦੇ ਨੇ ਸਾਨੂੰ, ਖੁਸ਼ ਨਹੀਂ। ਖੁਸ਼ੀ ਬੁਰੀਆਂ ਗੱਲਾਂ 'ਚ ਨਹੀਂ ਹੈ, ਇਹ ਗੱਲਾਂ ਦੁੱਖ ਦਾ ਕਾਰਨ ਹੀ ਬਣਨਗੀਆਂ। ਜਿਤਨੀਆਂ ਵੀ ਬੇਕਾਰਾਂ ਦੀਆਂ ਗੱਲਾਂ, ਅਬਗੁਨਾਂ ਦੀਆਂ ਗੱਲਾਂ, ਇਹ ਸੰਗਤ ਕਰਨੀ ਨਹੀਂ। ਇਹ ਅਹੀਂ ਗੱਲ ਇਹੋ ਜੀ ਸੁਣਨੀ ਵੀ ਨਹੀਂ। ਮੇਰੀ ਬੇਨਤੀ ਰਹੇਗੀ, ਅਗਰ ਕੋਈ ਬੁਰੀ ਗੱਲ ਕਰਦਾ ਤਾਂ ਸੁਣਨ ਲਈ ਵੀ ਬੰਦ ਕਰ ਦੋ, ਉਹਨੂੰ ਕਹਿ ਦੋ ਨਹੀਂ, ਇਹ ਤੁਹਾਡਾ ਬਹੁਤ ਵੱਡਾ ਉਹਦੇ ਤੇ ਪਰਉਪਕਾਰ ਹੋਏਗਾ। ਉਹ ਕਿਸੇ ਦੀ ਨਿੰਦਿਆ ਕਰਦਾ, ਚੁਗਲੀ ਕਰਦਾ, ਉਹਨੂੰ ਕਹਿ ਦਵੋ ਕਿ ਨਹੀਂ, ਮੇਰੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਮੇਰੇ ਨਾਲ ਇਸ ਤਰ੍ਹਾਂ ਦਾ ਨਹੀਂ ਕਰਨਾ। ਕੋਈ ਮਾੜਾ ਹੋਏਗਾ ਆਪਣੀ ਜਗ੍ਹਾ, ਅਸੀਂ ਕਿਉਂ ਸੁਣਨੀ ਹੈ ਬੁਰੀ ਗੱਲ? ਅਸੀਂ ਕਿਉਂ ਕਰਨੀ ਹੈ ਬੁਰੀ ਗੱਲ? ਵਧੀਆ ਗੱਲ ਕਰੋ, ਸਾਡਾ ਮਨ ਸ਼ਾਂਤ ਹੋਵੇ, ਸਾਡੇ ਮਨ 'ਚ ਪਿਆਰ ਆਵੇ, ਸਾਡੇ ਮਨ ਦੇ ਵਿੱਚ ਸ਼ਬਦ ਦਾ ਪਿਆਰ ਹੋਵੇ, ਸਾਡੇ ਮਨ ਦੇ ਵਿੱਚ ਸੰਗਤ ਦਾ ਪਿਆਰ ਵਧੇ। ਐ ਨਹੀਂ ਕਿ ਵਿਕਾਰਾਂ ਵੱਲ ਧਿਆਨ ਲਗਾ ਕੇ ਸਾਡਾ ਮਨ ਵਕਾਰਾਂ ਵੱਲ ਚਲ ਜਾਏ। ਇਸ ਕਰਕੇ ਕਬੀਰ ਮਹਾਰਾਜ ਜੀ ਨੇ ਵੀ ਕਿਹਾ ਸੀ, ਕਬੀਰ ਸੰਗਤ ਕਰੀਏ ਸਾਧਕੀ, ਜੋ ਅਨੰਤ ਕਰੇ ਨਿਰਿਬਾ, ਸਾਖਤ ਸੰਗ ਨਾ ਕੀਜੀਏ, ਜਾਂਤੇ ਹੋਏ ਬਿਨਾ। ਹਮੇਸ਼ਾ ਉਹਨਾਂ ਲੋਕਾਂ ਦੀ ਸੰਗਤ ਕਰੋ ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਜੀਵਨ 'ਚ ਵਿਕਾਸ ਹੋਵੇ, ਸਾਡੇ ਜੀਵਨ 'ਚ ਸੁਧਾਰ ਹੋਵੇ, ਸਾਡਾ ਜੀਵਨ ਵਧੀਆ ਬਣੇ। ਉਹਨਾਂ ਲੋਕਾਂ ਦੀ ਸੰਗਤ ਨਹੀਂ ਕਰਨਾ ਜਿਹਦੇ ਕਰਕੇ ਸਾਡਾ ਜੀਵਨ ਨਰਕ ਬਣ ਜਾਏ। ਉਹਨਾਂ ਲੋਕਾਂ ਦੀ ਸੰਗਤ ਨੂੰ ਬਿਲਕੁਲ ਤਿਆਗ ਦਿਓ, ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰੋ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਹਮੇਸ਼ਾ ਚੰਗੀ ਸੰਗਤ ਕਰਨੀ ਹੈ, ਬੁਰੀ ਸੰਗਤ ਨਹੀਂ ਕਰਨੀ। ਕੋਈ ਤੁਹਾਡੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਕਰਦਾ, ਵਿਕਾਰਾਂ ਦੀ ਗੱਲ ਕਰਦਾ, ਹੱਥ ਜੋੜ ਦੋ, ਕਹਿ ਉਹ ਗੱਲ ਕਰ ਜਿਹਦੇ ਕਰਕੇ ਮੇਰਾ ਰੂਹਾਨੀਅਤ ਅਧਿਆਤਮਕਵਾਦ ਵੱਲ ਧਿਆਨ ਜੁੜੇ, ਜਿਹਦੇ ਕਰਕੇ ਮੇਰੀ ਰੂਹਾਨੀਅਤ ਤਰੱਕੀ ਹੋਵੇ। ਮੇਰੇ ਨਾਲ ਉਹ ਨਹੀਂ ਭੈਣ ਜੀ ਭਰਾ ਜੀ ਗੱਲ ਕਰਨੀ ਜਿਹਦੇ ਨਾਲ ਮੈਂ ਰੂਹਾਨੀਅਤ ਤੋਂ ਡਾਊਨ ਚਲਾ ਜਾਵਾਂ। ਇਹ ਗੁਰੂ ਜੀ ਨੇ ਕਿਹਾ। ਪਾਤਸ਼ਾਹ ਜੀ ਫਿਰ ਆਪਣੀ ਬਾਣੀ 'ਚ ਅੱਗੇ ਫਰਮਾਉਂਦੇ ਹਨ, ਦੁਸ਼ਟਾਂ ਸੰਗ ਤਿਆਗ ਕਰ, ਸੰਤਾਂ ਸੰਗ ਪਿਆਰ, ਦ੍ਰਿੜ ਕਰ ਰਾਮ ਧਿਆਏ ਤੂੰ, ਬਬ ਨਿਦ ਉਤਰੇ ਪਾਰ, ਹਰ ਹਰ ਨਾਮ ਜਪੰਦਿਆਂ, ਕਦੀ ਨਾ ਆਵੇ ਹਾਰ, ਭਗਤ ਬਿਨਾ ਗੁਰਦੇਵ ਕੀ, ਹੋਵਤ ਨਹੀਂ ਕਲਿਆਣ, ਦੁਸ਼ਟਾ ਸੰਗ ਤਿਆਗ ਕਰ,
ਸੰਗ ਪਿਆਰ ਦ੍ਰਿੜ ਕਰ ਰਾਮ ਧਿਆਏ ਤੋਂ ਪਵਨਿਦ ਉਤਰੇ ਪਾਰ ਹਰ ਹਰ ਨਾਮ ਜਪੰਦਿਆਂ ਕਦੀ ਨਾ ਆਵੇ ਹਾਰ ਭਗਤ ਬਿਨਾ ਗੁਰਦੇਵ ਕੀ ਨਹੀਂ ਕਲਿਆਣ ਸਤਿਗੁਰੂ ਜੀ ਬਹੁਤ ਹੀ ਇੱਕ ਸਾਡੇ ਵੱਡੇ ਸਵਾਲ ਦਾ ਜਵਾਬ ਦੇ ਰਹੇ ਹਨ। ਕਈ ਵਾਰੀ ਸਾਡੇ ਮਨਾਂ ਚ ਆਉਂਦਾ ਹੈ ਕਿ ਪਤਾ ਨਹੀਂ ਮੈਂ ਇਹਦੇ ਵਿੱਚ ਕਾਮਯਾਬ ਹੋਵਾਂਗਾ ਕਿ ਨਹੀਂ ਹੋਵਾਂਗਾ। ਗੁਰੂ ਜੀ ਕਹਿੰਦੇ ਜੇ ਤੇਰਾ ਨਿਸ਼ਚਾ ਪੱਕਾ ਹੈ ਤਾਂ ਕਦੇ ਨਾ ਆਵੇ ਹਾਰ, ਤੈਨੂੰ ਕਦੇ ਵੀ ਹਾਰ ਨਹੀਂ ਹੋ ਸਕਦੀ। ਇੱਕ ਦਿਨ ਇੱਕ ਸੇਵਾਦਾਰ ਬਹੁਤ ਹੀ ਪਰੇਸ਼ਾਨ ਜਿਹਾ ਸੀ ਵਿਚਾਰਾ। ਮੈਂ ਕਿਹਾ ਤੂੰ ਬਹੁਤ ਪਰੇਸ਼ਾਨ ਹੈ। ਬਸ ਚੁੱਪ ਰੋ ਪਿਆ ਸੇਵਾਦਾਰ ਜੋ ਮਾਤਾ ਜੀ ਰਹਿੰਦੇ। ਮੈਂ ਕਿਹਾ ਪੁੱਛੋ ਇਹਨੂੰ ਇਤਨਾ ਪਰੇਸ਼ਾਨ ਕਿਉਂ ਹੈ ਸੇਵਾਦਾਰ, ਗੱਲ ਕੀ ਹੋ ਗਈ ਹੈ, ਕਿਸੇ ਨੇ ਕੁਝ ਕਹਿ ਦਿੱਤਾ ਹੈ। ਆਖਰ ਬਹੁਤ ਜਦੋਂ ਪੁੱਛਿਆ ਤਾਂ ਕਹਿਣ ਲੱਗੇ ਕਿ ਮੈਨੂੰ ਉਹਨ ਵੀ ਕਹਿਤਾ ਹੈ, ਉਹਨ ਵੀ ਕਹਿਤਾ ਹੈ, ਤੂੰ ਕਦੀ ਕਾਮਯਾਬ ਨਹੀਂ ਹੋ ਸਕਦਾ। ਮੈਂ ਕਿਹਾ ਹੈ ਕਿਸੇ ਨੇ ਕਹਿਤਾ ਪਰ ਸਾਡੇ ਗੁਰੂ ਨੇ ਨਹੀਂ ਸਾਨੂੰ ਕਿਹਾ ਕਿ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ। ਗੁਰੂ ਜੀ ਨੇ ਕਿਹਾ ਇਹ ਤੇ ਕਦੀ ਸੋਚੋ ਹੀ ਨਾ ਕਿ ਤੁਹਾਨੂੰ ਕਾਮਯਾਬੀ ਨਹੀਂ ਮਿਲੇਗੀ। ਉਹਨਾਂ ਨੇ ਕਿਹਾ ਕਿ ਨਹੀਂ, ਹਰ ਹਾਲਤ 'ਚ ਤੁਹਾਨੂੰ ਕਾਮਯਾਬੀ ਮਿਲੇਗੀ ਜੇਕਰ ਤੁਸੀਂ ਮੇਰੀ ਗੱਲ ਮੰਨ ਲਵੋਗੇ। ਫਿਰ ਕਦੇ ਨਾ ਆਵੇ ਹਾਰ, ਤੁਹਾਨੂੰ ਜੀਵਨ 'ਚ ਹਾਰ ਆ ਹੀ ਨਹੀਂ ਸਕਦੀ। ਉਹੀ ਗੱਲ ਫਿਰ ਹੋਏਗੀ, ਨਿਸ਼ਚਾ ਕਰ ਜੀਤ ਹਮਾਰੀ ਹੋਗੀ। ਇਹ ਨਿਸ਼ਚਾ ਕਰਨਾ ਪਵੇਗਾ, ਸੋਚ ਬਣਾਣੀ ਪਵੇਗੀ। ਔਰ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਸੇ ਵੀ ਫੀਲਡ 'ਚ। ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਲੇਕਿਨ ਮਿਹਨਤ ਜ਼ਰੂਰੀ ਹੈ। ਸਤਿਗੁਰੂ ਕਬੀਰ ਜੀ ਨੇ ਕਿਹਾ ਸੀ ਉਦਮੇ ਅੱਗੇ ਲਸਮੇ ਪੱਖੇ ਅੱਗੇ ਪੌਣ, ਉੱਠ ਕਬੀਰਾ ਕਿਰਤ ਕਰ ਤੈਨੂੰ ਸੁੱਤਿਆਂ ਨੂੰ ਦੇਗਾ ਕੌਣ। ਸਤਿਗੁਰੂ ਰਵਿਦਾਸ ਜੀ ਦੀ ਕਿਰਪਾ ਤੇ ਸਾਡੇ ਤੇ ਕਰਨਗੇ, ਪਰ ਉਹਨਾਂ ਦੀ ਗੱਲ ਮੰਨਾਂਗੇ, ਹਿੰਮਤ ਕਰਾਂਗੇ ਤੋ ਹੀ ਹੈ ਨਾ। ਜੇ ਹਿੰਮਤ ਨਹੀਂ ਕੀਤੀ, ਸਕੂਲੋਂ ਬੱਚਾ ਲੇਟ ਹੋ ਗਿਆ, ਸੋਚੀ ਜਾਏ, ਖਲੋ ਜਾਏ, ਐ ਸਤਿਗੁਰ ਜੀ ਮੈਨੂੰ ਟਾਈਮ ਦਾ ਪਹੁੰਚਾ ਦੀ ਸਕੂਲ, ਐ ਸਤਿਗੁਰ ਜੀ ਮੈਨੂੰ ਟਾਈਮ ਦਾ ਪਹੁੰਚਾ ਦੀ ਸਕੂਲ। ਗੁਰੂ ਜੀ ਕਹਿੰਦੇ ਨਹੀਂ, ਤੂੰ ਐ ਪ੍ਰਾਰਥਨਾ ਕਰਨੀ ਆ ਕਿ ਮੈਨੂੰ ਟਾਈਮ ਦਾ ਸਕੂਲ ਪਹੁੰਚਾ ਦੇ, ਪਰ ਕਦਮ ਵੀ ਜਲਦੀ ਪੁੱਟ ਨਾ। ਖਲੋ ਕੇ ਪ੍ਰਾਰਥਨਾ ਨਹੀਂ ਕਰੀ ਜਾਣੀ, ਮੈਨੂੰ ਟਾਈਮ ਦਾ ਸਕੂਲ ਪਹੁੰਚਾ ਦੇ। ਹਿੰਮਤ ਕਰਨੀ ਪਵੇਗੀ। ਗੁਰੂ ਜੀ ਕਹਿੰਦੇ ਜਦੋਂ ਤੁਸੀਂ ਹਿੰਮਤ ਕਰੋਗੇ ਫਿਰ ਕਦੇ ਵੀ ਹਾਰ ਨਹੀਂ ਹੋਏਗੀ। ਭਗਤ ਬਿਨਾ ਗੁਰਦੇਵ ਕੀ ਹੋਵਤ ਨਹੀਂ ਕਲਿਆਣ। ਇੱਥੇ ਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਅਸੀਂ ਐਜੂਕੇਸ਼ਨ ਗਿਆਨਵਾਨ ਹਾਂ, ਉੱਥੇ ਭਗਤੀ ਵੀ, ਅਧਿਆਤਮਕਵਾਦ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਅਧਿਆਤਮਕਵਾਦ ਸਾਡੇ ਚ ਨਹੀਂ ਆਇਆ ਤਾਂ ਸਾਡਾ ਕਲਿਆਣ ਨਹੀਂ ਹੋਏਗਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਨੂੰ ਯਾਦ ਹੈ ਕਿ ਸਾਡੀ ਇੱਕ ਸੰਸਥਾ ਬਣੀ ਹੋਈ ਹੈ,
ਉਹਦੇ ਵਿੱਚ ਬਹੁਤ ਪੜ੍ਹੇ ਲਿਖੇ ਬੱਚੇ ਨੇ, ਵਧੀਆ ਨੇ, ਬਾਬਾ ਸਾਹਿਬ ਅੰਬੇਡਕਰ ਦੀ ਸੋਚ ਵਾਲੇ ਨੇ, ਲੇਕਿਨ ਉਹਨਾਂ 'ਚ ਅਵਗੁਣ ਨੇ। ਕਿਉਂ? ਕਿਉਂਕਿ ਉਹ ਪਰਮਾਰਥੀ ਨਹੀਂ ਹਨ। ਪੜ੍ਹੇ ਲਿਖੇ ਨੇ, ਸਾਰੇ ਗੁਣ ਨੇ, ਲੇਕਿਨ ਘਰ ਵਾਲੇ ਉਹਨਾਂ ਤੋਂ ਪਰੇਸ਼ਾਨ ਨੇ, ਪੜ੍ਹੇ ਲਿਖੇ ਹੋ ਕੇ। ਬਾਕੀ ਤੇ ਗੁਣ ਹਨ, ਪਰ ਇਹ ਜਿਹੜਾ ਗੁਰੂ ਜੀ ਨੇ ਕਿਹਾ ਨਾ, ਭਗਤ ਬਿਨਾ ਗੁਰਦੇਵ ਕੇ ਹੋਵਤ ਨਹੀਂ ਕਲਿਆਣ, ਭਗਤੀ ਨਹੀਂ ਹੈ ਉਹਨਾਂ 'ਚ, ਅਧਿਆਤਮਕਵਾਦੀ ਨਹੀਂ ਹਨ, ਸੋਚ ਵਾਲੇ ਬੜੇ ਨੇ, ਪਰ ਸਾਹਮਣੇ ਅਵਗੁਣਾਂ 'ਚ ਪੈ ਜਾਂਦੇ ਨੇ। ਉਹਨਾਂ ਦੀ ਸ੍ਰੀਮਤੀ ਨੇ ਆਨੇ ਚੋਰੀ ਚੋਰੀ ਫੋਨ ਕੀਤੇ, ਇਹਨਾਂ ਨੂੰ ਸਮਝਾਇਓ ਵੀ। ਇਸ ਤਰ੍ਹਾਂ ਤੇ ਬੜੇ ਬੰਦੇ ਨੇ ਆਪਣੇ ਆਪ, ਇਹਨਾਂ ਨੂੰ ਕਹੋ ਕਿ ਨਾਮ ਵਾਲੇ ਪਾਸੇ ਵੀ ਜੁੜਨ। ਮੈਨੂੰ ਉਹਨਾਂ ਦੀ ਗੱਲ ਸੁਣ ਕੇ ਬੜੀ ਹੈਰਾਨਗੀ ਹੋਈ ਕਿ ਮੈਂ ਤੇ ਇਹਨਾਂ ਨੂੰ ਬਹੁਤ ਸਮਝਦਾ ਰਿਹਾ। ਲੈਕਚਰ ਇੰਨੇ ਵਧੀਆ ਦਿੰਦੇ ਨੇ ਸਟੇਜਾਂ ਦੇ ਉੱਪਰ, ਆਉਂ ਜਿਵੇਂ ਇਹ ਬਹੁਤ ਵੱਡੇ ਭਗਤ ਨੇ, ਲੇਕਿਨ ਸੋਚ ਇਸ ਤਰ੍ਹਾਂ ਕਿ ਪਰਿਵਾਰ ਵਾਲੇ ਵੀ ਦੁਖੀ। ਬਸ ਇੱਕੋ ਹੀ ਕਮੀ ਉਹਨਾਂ 'ਚ ਰਹਿ ਗਈ, ਜਿਹੜਾ ਕਿ ਸਿਮਰਨ ਵਾਲੇ ਪਾਸੇ ਨਹੀਂ ਜੁੜੇ, ਗੁਰੂ ਜੀ ਦੇ ਸ਼ਬਦ ਦੇ ਨਾਲ ਨਹੀਂ ਜੁੜੇ। ਤਾਂ ਹੀ ਗੁਰਬਾਣੀ 'ਚ ਕਿਹਾ, ਭਗਤ ਦਾਨ ਮੋਹਿ ਦੀਜੀਐ, ਗੁਰਦੇਵਨ ਕੇ ਦੇਵ ਔਰ ਨਹੀਂ ਕੁਛ ਚਾਹੀਐ, ਨਿਸ ਦਿਨ ਤੇਰੀ ਸੇਵ। ਐ ਮਾਲਕਾ ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਜਿੱਥੇ ਸਾਰਾ ਕੁਝ ਦਿੱਤਾ ਮੈਨੂੰ ਭਗਤੀ ਵੀ ਦੇਣਾ, ਮੈਂ ਤੇਰਾ ਕਿਤੇ ਬੈਠ ਕੇ ਨਾਮ ਵੀ ਸਿਮਰ ਸਕਾਂ। ਫਿਰ ਗੁਰੂ ਜੀ ਆਪਣੀ ਬਾਣੀ 'ਚ ਅੱਗੇ ਫਰਮਾਉਂਦੇ ਹਨ, ਗੁਰ ਬਿਨਾ ਜਨਮ ਬੇਅਰਥ ਜਾਵਤ ਸਾਚੀ ਮਾਨ, ਗੁਰ ਹਰ ਭਗਤ ਕਹਿੰਦਿਆਂ ਨਿਹਚਲ ਮਿਲ ਹੈ ਗਿਆਨ, ਕਹੇ ਰਵਿਦਾਸ ਲਗ ਚਰਨ ਗੁਰ, मन का हर अभिमान, बैसाख सुहावा तिना है, हर हर जपे सुजान, गुर बिना जन्म व्यर्थ जावत साची मान, गुर हर भगत ਕਹਿੰਦਿਆਂ ਨਿਹਚਲ ਮਿਲ ਹੈ ਗਿਆਨ, ਕਹੇ ਰਵਿਦਾਸ ਲਗ ਚਰਨ ਗੁਰ, मन का हर अभिमान, बैसाख सुहावा
ਸੁਜਾਨ। ਸਾਰਾ ਸ਼ਬਦ ਕਹਿਣ ਤੋਂ ਬਾਅਦ ਸਤਿਗੁਰ ਰਵਿਦਾਸ ਜੀ ਕਹਿੰਦੇ ਹਨ, ਵਿਸਾਖ ਸਹਾਵਾਂ ਤਿਨਾ ਹੈ, ਹਰ ਹਰ ਜਪੋ ਸੁਜਾਨ। ਵਿਸਾਖ ਭਾਵ ਮਨੁੱਖੀ ਚੋਲਾ ਪਾ ਕੇ ਉਹਨਾਂ ਨੇ ਆਪਣੇ ਮਨੁੱਖੀ ਚੋਲੇ ਨੂੰ ਸਹਾਵਾਂ ਕਰ ਲਿਆ, ਜਿਨ੍ਹਾਂ ਨੇ ਵਿਕਾਰਾਂ ਦਾ ਤਿਆਗ ਕਰ ਦਿੱਤਾ, ਅਵਗੁਣਾਂ ਦਾ ਤਿਆਗ ਕਰ ਦਿੱਤਾ, ਨਿਮਰਤਾ ਤੇ ਦੀਨਤਾ ਦੇ ਗਹਿਣੇ ਨੂੰ ਪਹਿਨ ਲਿਆ। ਸ਼ਬਦ ਦੇ ਨਾਲ ਜੁੜ ਗਈਆਂ ਜਿਹੜੀਆਂ ਰੂਹਾਂ, ਉਹਨਾਂ ਦਾ ਇਹ ਇਨਸਾਨੀ ਚੋਲਾ ਸੁਹਾਵਾਂ ਹੋ ਗਿਆ, ਸਫਲਾ ਹੋ ਗਿਆ। ਵਰਕਲਾਫਿਸ ਦੇ ਜਿਹੜੀਆਂ ਰੂਹਾਂ ਨੇ ਦੁਨੀਆ ਦੇ ਵਿੱਚ ਸੋਚ ਲਿਆ ਕਿ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਉਹਨਾਂ ਨੇ ਇਨਸਾਨੀ ਚੋਲੇ ਨੂੰ ਐਵੇਂ ਹੀ ਬੇਅਰਥ ਗਵਾ ਦਿੱਤਾ। ਅਸੀਂ ਬੇਅਰਥ ਨਹੀਂ ਗਵਾਣਾ, ਅਸੀਂ ਗੁਰੂ ਦੇ ਗਿਆਨ ਤੇ ਚੱਲਣਾ। ਅੱਜ ਜੋ ਗੁਰੂ ਜੀ ਨੇ ਵਿਸਾਖ ਮਹੀਨੇ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ ਕਿ ਸਹਾਵਾਂ ਹੀ ਤਾਂ ਬਣਨਾ ਜੇਕਰ ਜੀਵਨ ਨੂੰ ਪਵਿੱਤਰ ਰੱਖਾਂਗੇ। ਅਸੀਂ ਆਪਣੀ ਸੋਚ ਪਵਿੱਤਰ ਰੱਖਣੀ ਹੈ, ਖਾਣ ਪਵਿੱਤਰ ਰੱਖਣਾ ਹੈ, ਪੀਣਾ ਪਵਿੱਤਰ ਰੱਖਣਾ ਹੈ, ਔਰ ਇਹਦੇ ਨਾਲ ਨਾਲ ਗੁਰੂ ਦੇ ਸ਼ਬਦ ਨੂੰ ਜ਼ਰੂਰ ਯਾਦ ਕਰਿਓ, ਚਾਹੇ ਥੋੜਾ ਸਮਾਂ ਹੀ ਲਗਾਓ, ਲੇਕਿਨ ਦੋਨੋਂ ਟਾਈਮ ਮਾਲਕ ਨੂੰ ਯਾਦ ਜ਼ਰੂਰ ਕਰਨਾ ਹੈ। ਆਪਣੇ ਆਪ ਨੂੰ ਮਾਲਕ ਨਾਲ ਜੋੜ ਕੇ ਆਪਣੇ ਆਪ ਨੂੰ ਚਾਰਜ ਜ਼ਰੂਰ ਕਰਦੇ ਰਹਿਣਾ। ਇਹੀ ਗੁਰੂ ਜੀ ਦਾ ਸਾਨੂੰ ਉਪਦੇਸ਼ ਹੈ। ਆਖਰ ਦੇ ਵਿੱਚ ਗੁਰੂ ਚਰਨਾਂ 'ਚ ਬੇਨਤੀ ਹੈ, ਸਤਿਗੁਰ ਰਵਿਦਾਸ ਮਹਾਰਾਜ ਜੀ ਕਿਰਪਾ ਕਰਨਾ, ਇਹਨਾਂ ਆਪਣੀਆਂ ਲਾਡਲੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਦੇਣਾ, ਆਪਣੀ ਚਰਨਾਂ ਦਾ ਪਿਆਰ ਦੇਣਾ। ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਇੱਕ ਦੋ ਜ਼ਰੂਰੀ ਬੇਨਤੀ ਆ ਗਈ ਹੈ। ਇੱਕ ਬੇਨਤੀ ਹੈ ਕਿ ਇਹ ਗੁਰੂ ਘਰ ਆਪ ਦਾ ਘਰ ਹੈ, ਇਹਦੀ ਬਿਹਤਰੀ ਲਈ ਕੋਈ ਵੀ ਤੁਹਾਡਾ ਸੁਝਾਅ ਹੋਵੇ ਤੇ ਉਹ ਲਿਖਤੀ ਰੂਪ ਦੇ ਵਿੱਚ ਅਸ਼ੋਕ ਜੀ ਨੂੰ, ਚਾਹੇ ਡਾਕਟਰ ਸੋਮਾ ਤਰੀ ਜੀ ਨੂੰ ਤੁਸੀਂ ਦੇ ਸਕਦੇ ਹੋ। ਔਰ ਦੂਜੀ ਬੇਨਤੀ ਹੈ, ਜੋ ਅੱਜ ਫੈਸਲਾ ਇੱਕ ਲਿਆ ਕਿ ਇੱਥੇ ਫਲੈਟ ਸਿਸਟਮ ਬਣਾਇਆ ਜਾਏ, ਇੱਕ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਕੋਈ ਕਹਿੰਦਾ ਮੈਂ ਚੰਡੀਗੜ੍ਹ 'ਚ ਇੱਕ ਫਲੈਟ ਲਿਆ ਹੋਇਆ, ਕੋਈ ਕਹਿੰਦਾ ਮੈਂ ਦਿੱਲੀ 'ਚ ਇੱਕ ਫਲੈਟ ਲਿਆ ਹੋਇਆ, ਤੋ ਇਹ ਫਲੈਟ ਤੁਹਾਡੇ ਹੋਣਗੇ। ਜਿਹੜਾ ਰਿਟਾਇਰ ਆ ਕਹਿੰਦਾ ਛੱਡੋ ਘਰਾਂ ਨੂੰ, ਇੱਥੇ ਹੀ ਟਾਈਮ ਪਾਸ ਕਰਨੇ ਆ, ਉਹ ਇੱਥੇ ਆ ਕੇ ਰਹਿ ਸਕਦੇ ਨੇ ਆਪਣਾ ਫਲੈਟ ਬਣਵਾ ਕੇ। ਤੋ ਦੋ ਫਲੈਟ ਜਿਹੜੇ ਨੇ ਉਹ ਬੁੱਕ ਹੋ ਚੁੱਕੇ ਨੇ, ਉਹਨਾਂ ਦੇ ਪੈਸੇ ਆ ਗਏ ਨੇ। ਸੁਖਦੇਵ ਥਾਪਾ ਤੇ ਪੁਸ਼ਪਾ ਥਾਪਾ ਜੀ, ਉਹਨਾਂ ਨੇ ਇੱਕ ਫਲੈਟ 2 ਲੱਖ ਰੁਪਏ ਵਾਲਾ ਜਿਹੜਾ ਉਹ ਲੈ ਲਿਆ। ਇਸੇ ਤਰ੍ਹਾਂ ਸ੍ਰੀ ਪਰਸਰਾਮ ਚੀਫ ਇੰਜੀਨੀਅਰ 3.5 ਲੱਖ ਰੁਪਈਆ ਉਹਨਾਂ ਨੇ ਇੱਕ ਫਲੈਟ ਵਾਸਤੇ ਦੇ ਦਿੱਤਾ। ਇਸੇ ਤਰ੍ਹਾਂ ਹੋਰ ਕੋਈ ਆਪਣਾ ਫਲੈਟ ਬਣਵਾਉਣਾ ਚਾਹੁੰਦਾ, ਇਹ ਨਹੀਂ ਕਿ ਉਹ ਭੰਡਾਰੇ 'ਚ ਉਹ ਸਦਾ ਲਈ ਰਹਿਣਾ ਚਾਹੁੰਦਾ, ਉਹ ਰਹਿ ਸਕਦਾ। ਸੇਵਾਦਾਰ ਨਾਲ ਨਾਲ ਗੁਰੂ ਘਰ ਦੀ ਉਹ ਸੇਵਾ ਕਰਦੇ ਰਹਿਣਗੇ, ਇਹ ਦੇਖਦੇ ਰਹਿਣਗੇ ਤੇ ਨਾਲ ਨਾਲ ਆਪਣਾ ਜੀਵਨ ਵਧੀਆ ਗੋਲਡਨ ਲਾਈਫ ਫਲੈਟ ਉਹਦਾ ਨਾਂ ਰੱਖ ਦਾਂਗੇ ਕਿ ਵਧੀਆ ਸੁਨਹਿਰੀ ਲਾਈਫ ਵਾਲੇ ਇਹ ਜਿਹੜੇ ਆ ਸਾਡੇ ਫਲੈਟ ਆ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਦਾ ਕੋਈ ਉਸ ਦਾ ਅਸੀਂ ਨਾਂ ਕੰਪਲੈਕਸ ਨੂੰ ਦੇ ਦੇਵਾਂਗੇ, ਇਹ ਜਲਦੀ ਹੀ ਸ਼ੁਰੂ ਹੋ ਜਾਏਗਾ। ਅਗਰ ਕੋਈ ਛੋਟਾ ਫਲੈਟ ਲੈਣਾ ਚਾਹੇਗਾ ਤੇ ਉਹਨੂੰ ਛੋਟਾ ਫਲੈਟ ਵੀ ਦੇ ਦਿੱਤਾ ਜਾਏਗਾ। ਲੇਕਿਨ ਮੇਰੀ ਬੇਨਤੀ ਰਹੇਗੀ ਕਿ ਇਸ ਨੂੰ ਅਸੀਂ ਬਣਵਾਉਣਾ ਹੈ ਤੇ ਜਿਹੜੇ ਆਪਣੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਫਰੀ ਹੋ ਚੁੱਕੇ ਨੇ, ਜਿਹੜੀਆਂ ਦੀਆਂ ਨੂੰਹਾਂ ਤੰਗ ਕਰ ਰਹੋਗੇ, ਤੰਗ ਹੀ ਹੁੰਦਾ, ਸੱਚੀ ਗੱਲ ਹੈ। ਹੱਡੀਆਂ ਜਦੋਂ ਸੱਸਾਂ ਹੀ ਸਾਡੇ ਉੱਪਰ, ਮਾਂ ਪਿਓ ਹੀ, ਅਸੀਂ ਵੀ ਕਹਿੰਦੇ ਬੁੱਢਾ ਬੱਟੀ ਕਿਤੇ ਸਾਈਡ ਤੇ ਚੱਲ ਜਾਣ ਤੇ ਵਧੀਆ ਜੀਵਨ ਗੁਜ਼ਰੇ, ਇਸੇ ਤਰ੍ਹਾਂ ਉਹ ਸੋਚਦੇ ਨੇ। ਤੇ ਅਸੀਂ ਆਪਣੀ ਸੁਨਹਿਰੀ ਜ਼ਿੰਦਗੀ ਜੀਣੀ ਹੈ, ਇਸ ਕਰਕੇ ਇਹ ਫਲਾਈਟ ਉਹਨਾਂ ਵਾਸਤੇ ਜਿਹੜੇ ਇੱਕ ਵਧੀਆ ਜ਼ਿੰਦਗੀ ਜੀਣਾ ਚਾਹਣ। ਤੇ ਮੈਂ ਵੀ ਸੋਚ ਲਿਆ, ਮੈਂ ਵੀ ਰਿਟਾਇਰਮੈਂਟ ਲੈ ਲਈ ਹੋਈ ਆ, ਅਸੀਂ ਇਕੱਠੇ ਬਹਿ ਕੇ ਯੋਗਾ ਕਰੀਏ,
ਇਕੱਠੇ ਬਹਿ ਕਰਕੇ ਆਪਣੇ ਧਿਆਨ ਸਾਧਨਾ ਨੂੰ ਕਰੀਏ। ਪਾਠੀਆਂ ਨੂੰ ਵੀ ਮੈਂ ਕੱਲ ਕਹਿਤਾ ਕੰਮ ਤੁਸੀਂ ਸੰਭੋ। ਵੈਸੇ ਹੀ ਪ੍ਰਧਾਨ ਨੇ ਅੱਜ ਬੈਨ ਲਾਤਾ ਕਿ ਕਰੋਨਾ 'ਚ ਬਿਲਕੁਲ ਬਾਹਰ ਜਾਣਾ ਹੀ ਨਹੀਂ ਹੈ। ਜਿਨ੍ਹਾਂ ਨੇ ਕਹਿੰਦੇ ਆ ਮੇਰਾ ਕੋਈ ਦੋਸ਼ ਨਹੀਂ ਹੈ, ਮੈਨੂੰ ਨਹੀਂ ਕਿਸੇ ਨੇ ਵੀ ਕਹਿਣਾ। ਟਰਸਟ ਨੇ ਫੈਸਲਾ ਲੈ ਲਿਆ ਕਿ ਬਾਹਰ ਕਿਤੇ ਨਹੀਂ ਜਾਣਾ। तो ये जरूरी बेनतियां सन। तो आओ जो साडा हजूरी रागी जथा है वो आरती करेगा। उहदे बाद आप सारियां ने संगतां ने गुरु का लंगर बड़े प्यार नाल लेना होवेगा। जय जय गुरु। नाम तेरो आरती
सूरज चमक रहा उपदेश लिया जिस गुरु से हीरा दमक रहा रविदास नाम इस जगत में है लालन के लाल प्राप्त उनको है सही सतगुर जिन पर दयाल श्वास जाए परवाना करूं पुण्य पुण्य लायो बाग भगत जान बैराग की धरो अपना हाथ विनती करूं हाथ जोड़ के सुनो गुरु रविदास कृपा की जो दास पे करो बुद्ध प्रकाश सोहंग नाम जहाज है चढ़े सो उतरे पार जो शरदा कर सेवन सतगुर पार उतारनहार नमस्कार गुरुदेव को जुग जुग तारनहार चिता जमा ऋषि वाल्मीक जी नाम देव कुलतार नाम देव कुलतार जुगा जुग तारा भगत कबीर जैन बहादुर सैन की मुकर शिवल वीर रंगा बंका बीलनी भगत बैठारन हास लो लंगर चलते रहे करो काम को रास जिया जंत परिवार का रहे नाम से ध्यान गुरु रविदास ऋषि वाल्मीक जी सदा करे कल्याण जिया जंत परिवार का रहे नाम से ध्यान गुरु रविदास ऋषि वाल्मीक जी सदा करे कल्याण श्लोक हर सोहीरा छाड़ के करे आन की आस दे नर को जिक जाएंगे सत पाके रविदास ऐसा
चाहूँ राज में जहाँ ले सबले सबन को अन्न। छोट बड़ो सब सम बसे रविदास रहे प्रसन्न। छोट बड़ो सब सम बसे रविदास रहे प्रसन्न। जो बोले सो निर्भय सतगुरु रविदास महाराज की जय। स्वामी जगतगिरि महाराज की जय। स्वामी गुरुदीप गिरि महाराज की जय। सब साध संतन की जय। जय गुरुदेव जय श्री गुरु रविदास। सतगुरु